ਕੇਂਦਰ ਸਰਕਾਰ ਵੱਲੋਂ ਬਣਾਏ 3 ਖੇਤੀ ਕਾਨੂੰਨਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ, ਜਿਸ ਦੇ ਚੱਲਦਿਆਂ ਉਹਨਾਂ ਦਾ ਅੰਦੋਲਨ ਦਿੱਲੀ 'ਚ ਚੱਲ ਰਿਹਾ ਹੈ। ਇਸ ਸਭ ਤੇ ਬੋਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਹੈ। ਇਹ ਲਹਿਰ ਹੁਣ ਪੂਰੇ ਦੇਸ਼ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਇਹ ਅਫਸੋਸ ਹੈ ਕਿ ਕੇਂਦਰ ਸਰਕਾਰ ਜੋ ਆਪਣੀ ਗੰਭੀਰਤਾ ਇਸ ਮਸਲੇ ਤੇ ਨਹੀਂ ਦਿਖਾ ਰਹੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ 'ਚ ਵੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਦੱਸੇ ਜਾ ਰਹੇ ਨੇ, ਜਦਕਿ ਕਿਸਾਨ ਸ਼ੁਰੂ ਤੋਂ ਹੀ ਇਹਨਾਂ ਖੇਤੀ ਕਾਨੂੰਨਾਂ ਨੂੰ ਆਪਣੇ ਵਿਰੋਧ ਵਿੱਚ ਦੱਸੇ ਜਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੇਂਦਰ ਨੂੰ ਹੱਲ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੇਂਦਰ ਬਾਰ-ਬਾਰ ਇਹ ਸ਼ਰਤਾਂ ਲਗਾ ਰਿਹਾ ਹੈ ਕਿ ਕਿਸਾਨ ਪਹਿਲੇ ਬਰਾੜੀ 'ਚ ਬੈਠੇ ਜਾਣ, ਤਾਂ ਹੀ ਉਹ ਗੱਲ ਕਰਨਗੇ, ਜਦਕਿ ਕੇਂਦਰ ਨੂੰ ਚਾਹੀਦਾ ਹੈ ਕਿ ਸੁਹਿਰਦਤਾ ਦੇ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਵਿੱਚ ਚੱਲ ਰਹੀ ਟਵਿੱਟਰ ਵਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦੇ ਕੋਲ ਬੈਠ ਕੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਡਾਕਟਰ ਚੀਮਾ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਸੱਦਾ ਪੱਤਰ ਦੇ ਰਹੇ ਨੇ ਤੇ ਦੂਜੇ ਪਾਸੇ ਟੈਲੀਵਿਜ਼ਨ ਦੇ ਰਾਹੀਂ ਇਸ ਬਿੱਲ ਦੇ ਬਾਰੇ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇੰਨੀ ਛੇਤੀ ਇਹ ਮਸਲਾ ਸੁਲਝਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਤੇ ਹੁਣ ਉਹਨਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲਗਾਏ ਲੰਗਰ ਤੇ ਵੀ ਇਤਰਾਜ਼ ਕੀਤਾ ਜਾ ਰਿਹਾ ਹੈ, ਜਦਕਿ ਸਿੱਖਾਂ ਦਾ ਅਤੇ ਪੰਜਾਬੀਅਤ ਦਾ ਇਹ ਫਰਜ਼ ਹੁੰਦਾ ਹੈ ਕਿ ਕਿਸੇ ਵੀ ਮੁਸ਼ਕਲ ਘੜੀ ਦੇ ਵਿੱਚ ਦੂਜੇ ਦੀ ਸਹਾਇਤਾ ਕਰਦੇ ਨੇ। ਕਿ ਕਿਸਾਨੀ ਅੰਦੋਲਨ ਤੇ ਸਿਖਰਾਂ ਦੇ ਉੱਤੇ ਇੱਕ ਲੋਕ ਲਹਿਰ ਜਿਹੜੀ ਆ ਉਹ ਇਸ ਵੇਲੇ ਸਾਰੇ ਦੇਸ਼ ਦੇ ਵਿੱਚ ਬਣਦੀ ਨਜ਼ਰ ਆਉਂਦੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕੇਂਦਰ ਸਰਕਾਰ ਨੂੰ ਜੋ ਗੰਭੀਰਤਾ ਦਿਖਾਉਣੀ ਚਾਹੀਦੀ ਸੀ, ਅੱਜ ਵੀ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਜਿਹੜਾ ਉਹ ਬਿੱਲਾਂ ਨੂੰ ਜਸਟੀਫਾਈ ਕਰਨ ਦੇ ਉੱਤੇ ਹੀ ਹੈ, ਔਰ ਉਹ ਕਹਿ ਰਹੇ ਆ ਕਿ ਬਹੁਤ ਬ੍ਰੇਨ ਸਟਾਰਮਿੰਗ ਕਰਨ ਤੋਂ ਬਾਅਦ ਇਹ ਬਿੱਲ ਪਾਸ ਕੀਤੇ ਗਏ ਆ, ਜਦੋਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿੰਨੀ ਕਾਹਲੀ ਦੇ ਵਿੱਚ ਧੱਕੇ ਦੇ ਨਾਲ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਕਰਾਏ ਗਏ। ਕਿਸਾਨਾਂ ਨੂੰ ਇਹ ਟਿਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਇੱਕ ਗਰਾਊਂਡ ਦੇ ਵਿੱਚ ਜਾ ਕੇ ਬੈਠ ਜਾਓ ਵੀ ਤਾਂ ਜੋ ਆਪੇ ਉੱਥੇ ਬੈਠੇ ਰਹਿਣ ਤੇ ਕੋਈ ਉਹਨਾਂ ਦੀ ਗੱਲ ਦੱਸੋ। ਪਹਿਲਾਂ ਤਾਂ ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ 3 ਤਰੀਕ ਦਾ ਕੀ ਮਤਲਬ? ਤੁਸੀਂ ਕੋਈ ਮੁਹੂਰਤ ਕਢਾਇਆ ਹੋਇਆ 3 ਤਰੀਕ ਦਾ? ਜਦੋਂ ਕਿਸਾਨ ਪਰਸੋਂ ਦੇ ਉੱਤੇ ਠੰਡ 'ਚ ਬੈਠੇ ਆ, ਬਜ਼ੁਰਗ ਬੈਠੇ ਆ, ਬੀਬੀਆਂ ਬੈਠੀਆਂ, ਬੱਚੇ ਬੈਠੇ ਆ, ਤੇ ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਕਿਹੜਾ ਤੁਹਾਨੂੰ ਇਮੀਡੀਏਟਲੀ ਗੱਲਬਾਤ ਕਰਨੀ ਚਾਹੀਦੀ? ਹੁਣ ਤੱਕ ਤਾਂ ਜੇ ਗੱਲਬਾਤ ਚੰਗੇ ਮਾਹੌਲ ਦੇ ਵਿੱਚ ਹੋ ਜਾਂਦੀ ਤਾਂ ਉਹਨਾਂ ਦੀ ਗੱਲ ਮੰਨੀ ਜਾਂਦੀ ਤੇ ਵਾਪਸ ਆ ਜਾਂਦੇ। ਉਹ ਸੰਘਰਸ਼ ਵਾਸਤੇ ਉੱਥੇ ਗਏ ਆ, ਨਾ ਕਿ ਉੱਥੇ ਰਹਿਣ ਗਏ ਆ। ਪਰ ਜਿਸ ਤਰ੍ਹਾਂ ਦੇ ਇਸ਼ਾਰੇ ਦਿੱਤੇ ਜਾ ਰਹੇ ਆ ਕਿ ਤੁਸੀਂ ਫਲਾਣੀ ਗਰਾਊਂਡ 'ਚ ਬੈਠ ਜਾਓ, ਇਸ ਤਰ੍ਹਾਂ ਬੈਠ ਜਾਓ, ਉਹਦਾ ਮਤਲਬ ਹੈ ਕਿ ਗੌਰਮੈਂਟ ਟਾਈਮ ਟਪਾਉਣਾ ਚਾਹੁੰਦੀ ਹੈ। ਪਰ ਕਿਸਾਨਾਂ ਦਾ ਪਹਿਲਾਂ ਹਰਿਆਣੇ ਨੇ ਤਸ਼ੱਦਦ ਕੀਤਾ, ਹੁਣ ਉਹਨਾਂ ਨੂੰ ਕਿਤੇ ਅੱਤਵਾਦੀ ਕਿਤੇ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਲੰਗਰਾਂ ਦੇ ਉੱਤੇ ਵੀ ਇਤਰਾਜ਼ ਕਰ ਰਹੇ ਆ, ਜਿਹੜੀ ਕਿ ਮੈਂ ਸਮਝਦਾ ਗੁਰੂ ਨਾਨਕ ਸਾਹਿਬ ਦੀ ਐਡੀ ਵੱਡੀ ਦੇਣ ਹੈ ਮਾਨਵਤਾ ਨੂੰ ਕਿ ਜਿੱਥੇ ਵੀ ਕਿਤੇ ਮੁਸੀਬਤ ਆਉਂਦੀ ਹੈ ਆਪਣੇ ਦੁਸ਼ਮਣਾਂ ਨੂੰ ਵੀ ਜਾ ਕੇ ਅਸੀਂ ਤਾਂ ਲੰਗਰ ਛਕਾਉਂਦੇ ਹਾਂ, ਤੇ ਇਹਨਾਂ ਦੇ ਲੋਕੀ ਲੰਗਰ ਦੇ ਉੱਤੇ ਵੀ, ਲੰਗਰ ਦੀ ਪ੍ਰਥਾ ਉੱਤੇ ਵੀ ਹਮਲੇ ਕਰ ਰਹੇ। ਇਸ ਕਰਕੇ ਬੜੀ ਅਫਸੋਸਨਾਕ ਸਥਿਤੀ ਹੈ। ਪਰ ਮੈਂ ਫਿਰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਬੜੀ ਵੱਡੀ ਤੁਹਾਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਬੇਚੈਨੀ ਜਿਹੜੇ ਉੱਥੇ ਪਹੁੰਚ ਗਏ ਉਹ ਤਾਂ ਹੈ ਹੀ ਆ, ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਦੇ ਵਿੱਚ ਬਹੁਤ ਬੇਚੈਨੀ। ਇਸ ਕਰਕੇ ਇਮੀਡੀਏਟਲੀ ਇਹ ਮਸਲਾ ਹੱਲ ਹੋਣਾ ਚਾਹੀਦਾ। ਸਰ, ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਐਡੀ ਭਾਰੀ ਤਾਦਾਦ ਦੇ ਵਿੱਚ ਕਿਸਾਨਾਂ ਉੱਤੇ ਮਾਮਲੇ ਦਰਜ ਕਰਨਾ ਤੇ ਦੂਜੇ ਪਾਸੇ ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਸੱਦਾ ਪੱਤਰ ਦੇਣਾ, ਕਿਸ ਤਰ੍ਹਾਂ ਦੇਖਦੇ ਹੋ ਕਿ ਹਜੇ ਵੀ ਕਿਸਾਨਾਂ ਨੂੰ ਟਰਕਾਉਣ ਦੀ ਕੋਸ਼ਿਸ਼ ਕਰ ਰਿਹਾ ਕੇਂਦਰ, ਜਾਂ ਹੁਣ ਘੇਰਾ ਪੈਣ ਤੋਂ ਬਾਅਦ ਕੁਝ ਗੰਭੀਰ ਨਜ਼ਰ ਆ ਰਿਹਾ ਹੈ? ਦੇਖੋ, ਜਿਸ ਤਰ੍ਹਾਂ ਦੀਆਂ ਜਸਟੀਫਿਕੇਸ਼ਨ ਦਿੱਤੀਆਂ ਜਾ ਰਹੀਆਂ ਅਮਿਤ ਸ਼ਾਹ ਜੀ ਵੱਲੋਂ, ਪ੍ਰਧਾਨ ਮੰਤਰੀ ਜੀ ਵੱਲੋਂ, ਤੁਸੀਂ ਸੱਦਾ ਪੱਤਰ ਕਾਹਦਾ ਦੇ ਰਹੇ ਜਦੋਂ ਤੁਸੀਂ ਟੈਲੀਵਿਜ਼ਨਾਂ ਦੇ ਉੱਤੇ ਪ੍ਰਚਾਰ ਰਹੇ ਹੋ ਕਿ ਬਿੱਲ ਠੀਕ ਨੇ? ਇਹ ਤਾਂ ਦੂਜੇ ਨੂੰ ਜਿਹੜੀ ਹੈਗੀ ਹੈ ਪ੍ਰਮੋਟ ਕਰਨ ਵਾਲੀ ਗੱਲ ਹੁੰਦੀ। ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਜੇ ਕੋਈ ਕਮੀ ਰਹਿ ਗਈ ਹੈ ਤਾਂ ਆਓ ਅਸੀਂ ਬੈਠੋ। ਇਹ ਤਾਂ ਗੱਲਾਂ ਹੋਰ ਤਾਂ ਨਹੀਂ ਸੁਣਦੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੈਗੀ ਹੈ ਇਸ ਤਰੀਕੇ ਦੇ ਨਾਲ ਮਸਲਾ ਛੇਤੀ ਹੱਲ ਹੋਵੇ। ਪਰ ਸਾਡੀ ਅਰਦਾਸ ਹੈ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਠੰਡ ਦੇ ਵਿੱਚ ਮੁਸ਼ਕਿਲ ਹਾਲਾਤਾਂ ਦੇ ਵਿੱਚ ਉੱਥੇ ਬਜ਼ੁਰਗ ਬੀਬੀਆਂ ਬੱਚੇ ਗਏ ਆ, ਛੇਤੀ ਮਸਲਾ ਹੱਲ ਹੋ ਜਾਵੇ। ਡਾਕਟਰ ਸਾਹਿਬ, ਇੱਕ ਬੜਾ ਗੰਭੀਰ ਮਸਲਾ ਬਣਿਆ ਹੋਇਆ ਹੈ ਕਿਸਾਨ ਅੰਦੋਲਨ ਦੇ ਵਿੱਚ। ਬੀਤੀ ਰਾਤ ਤੋਂ ਖਬਰਾਂ ਆ ਰਹੀਆਂ ਕਿ ਉਹਨਾਂ ਨੂੰ ਕੁਝ ਜੋ ਗੈਰ ਪਹਿਚਾਣ ਵਾਲੇ ਲੋਕ ਹੈ ਕਿਸੇ ਪ੍ਰਕਾਰ ਦੇ ਉਹ ਲੰਗਰ ਲਗਾ ਰਹੇ ਨੇ, ਜਿਨ੍ਹਾਂ ਨਾਲ ਕਿਸਾਨਾਂ ਦੀ ਕੁਝ ਸਿਹਤ ਵੀ ਖਰਾਬ ਹੋਣ ਦੇ ਸਮਾਚਾਰ ਰਹੇ ਹੈ, ਜਾਂ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਸੂਏ ਮਾਰੇ ਜਾ ਰਹੇ ਨੇ। ਉਸ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਮਸ਼ਵਰਾ ਦਿੰਦੇ ਹੋ, ਜਿਸ ਤਰ੍ਹਾਂ DGMC ਵੀ ਸੇਵਾ ਨਿਭਾ ਰਹੀ ਹੈ, ਕਿ ਕਿਸਾਨਾਂ ਨੂੰ ਕਾਫੀ ਬਚ ਕੇ ਔਰ ਕਾਫੀ ਜਿਹੜੀ ਕਈ ਤਰ੍ਹਾਂ ਦੀਆਂ ਸਿਆਸਤਾਂ ਹੋ ਸਕਦੀਆਂ ਇਸ ਅੰਦੋਲਨ ਵਿੱਚ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਕਿਸਾਨ ਉੱਥੇ ਬੈਠੇ ਆ
ਤੇ ਕੁਦਰਤੀ ਗੱਲ ਹੈ ਇਹਨਾਂ ਹਾਲਾਤਾਂ ਦਾ ਕੋਈ ਵੀ ਜਿਹੜਾ ਨਜਾਇਜ਼ ਫਾਇਦਾ ਉਠਾ ਸਕਦਾ। ਇਹ ਤਾਂ ਹੁਣ ਕੇਂਦਰ ਨੂੰ ਫਿਕਰ ਹੋਣਾ ਚਾਹੀਦਾ। ਮੈਂ ਤਾਂ ਹੀ ਕਹਿ ਰਿਹਾ ਨਾ, ਤੁਸੀਂ ਗਰਾਊਂਡਾਂ ਦੇ ਵਿੱਚ ਬਿਠਾਉਣ ਦੀ, ਸਟੇਡੀਅਮ ਦੇ ਵਿੱਚ ਬਿਠਾਉਣ ਦੀਆਂ ਗੱਲਾਂ ਕਰੀ ਜਾਂਦੇ ਹੋ, ਤੁਸੀਂ ਇਹ ਚਿੰਤਾ ਕਿਉਂ ਨਹੀਂ ਕਰਦੇ ਕਿ ਛੇਤੀ ਆਪਣੇ ਘਰਾਂ 'ਚ ਜਾਣ? ਪਿੱਛੇ ਕਣਕ ਦੀ ਬਿਜਾਈ ਦਾ ਟਾਈਮ ਹੈ, ਉਹ ਕੋਈ ਵਿਹਲੇ ਤਾਂ ਨਹੀਂ ਹੈ। ਉਹਨਾਂ ਦਾ ਕਿੰਨਾ ਘਰਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਦਾ ਪਿੱਛੇ ਖੇਤੀ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਤੁਸੀਂ ਉਹਨਾਂ ਨੂੰ ਵਿਹਲੇ ਕਰੋ। ਇਹੀ ਜਿਹੜੇ ਸਾਧਨ ਨੇ ਉਹਨਾਂ ਦੇ ਖੇਤੀ ਤੇ ਜਾ ਕੇ ਉਹਦੀ ਲੋੜ ਹੈ ਖੇਤਾਂ ਦੇ ਵਿੱਚ। ਪਰ ਅਫਸੋਸ ਹੈ ਕਿ ਇਸ ਮਸਲੇ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਵੀ ਇੱਥੇ ਬੈਠੇ ਬਿਆਨਬਾਜ਼ੀ ਕਰੀ ਜਾਂਦੇ। ਖੱਟੜ ਸਾਹਿਬ ਦੀ ਤੇ ਸਾਡੇ ਮੁੱਖ ਮੰਤਰੀ ਦੋਨਾਂ ਦੀ ਇਹ ਡਿਊਟੀ ਬਣਦੀ ਸੀ ਕਿ ਜ਼ਿਆਦਾ ਕਿਸਾਨ ਪੰਜਾਬ ਤੇ ਹਰਿਆਣੇ ਨਾਲ ਆ, ਇਹਨਾਂ ਨੂੰ ਦਿੱਲੀ ਜਾ ਕੇ ਡੇਰਾ ਲਾ ਕੇ ਪ੍ਰਧਾਨ ਮੰਤਰੀ ਕੋਲ ਬੈਠਣਾ ਚਾਹੀਦਾ ਸੀ ਕਿ ਸਾਡੇ ਕਿਸਾਨਾਂ ਦੀ ਗੱਲ ਸੁਣੋ। ਇਹਨਾਂ ਨੂੰ ਹੋਮ ਮਿਨਿਸਟਰ ਕੋਲ ਬੈਠਣਾ ਚਾਹੀਦਾ ਸੀ, ਖੇਤੀ ਮੰਤਰੀ ਕੋਲ ਬੈਠਣਾ ਚਾਹੀਦਾ ਸੀ। ਪਰ ਇਹ ਬੈਠੇ ਇੱਕ ਦੂਜੇ ਨੂੰ ਉੱਥੇ ਕਿਸ ਤਰ੍ਹਾਂ ਕਰਦੇ ਪਏ, ਸਾਰੇ ਗੈਰ ਜ਼ਿੰਮੇਵਾਰ ਤਰੀਕੇ ਨਾਲ ਕੰਮ ਕਰ ਰਹੇ। ਸਰ ਆਖਰੀ ਸਵਾਲ ਹੈ, ਇੱਕ ਵਾਇਰਲ ਵੀਡੀਓ ਹੋ ਰਹੀ ਹੈ ਕਿ ਕਾਫੀ ਕਿਸਾਨਾਂ ਨੂੰ ਇੱਕ ਕਿਸੇ ਸਟੇਡੀਅਮ 'ਚ ਲਿਜਾਇਆ ਗਿਆ ਹੈ। ਖੈਰ ਉਸ ਗੱਲ ਦੀ ਪੁਸ਼ਟੀ ਨਹੀਂ ਹੋਈ। ਇੱਕ ਪਾਸੇ ਸਰਕਾਰ ਗੱਲਬਾਤ ਦਾ ਸੱਦਾ ਦੇ ਰਹੀ ਤੇ ਉਹ ਅੰਦਰੋਂ ਦੱਸ ਰਹੇ ਨੇ ਬੜੇ ਹਾਲਾਤ ਮਾੜੇ ਨੇ ਤੇ ਸਾਨੂੰ ਕੈਦ ਰੂਪੀ ਇੱਥੇ ਸਟੇਡੀਅਮ 'ਚ ਰੱਖਿਆ ਹੈ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਮੌਸਮ ਬੇਹੱਦ ਸਰਦੀ ਦਾ, ਔਰ ਇਹਦੇ ਵਿੱਚ ਉਹਨਾਂ ਦੀ ਗਿਣਤੀ ਨੂੰ ਸਾਹਮਣੇ ਰੱਖਦਿਆਂ ਜਿਹੜੀ ਹੈਗੀ ਆ, ਸਰਕਾਰ ਨੇ ਕੋਈ ਪ੍ਰਬੰਧ ਤਾਂ ਕੀਤੇ ਨਹੀਂ। ਸਰਕਾਰ ਨੇ ਤਾਂ ਇਹ ਪ੍ਰਬੰਧ ਕੀਤੇ ਸੀ ਕਿ ਹਰਿਆਣੇ ਦੀ ਸ਼ਕਤੀ ਵਰਤ ਕੇ ਸਰਕਾਰ ਦੀ, ਤੇ ਉੱਥੇ ਵੱਡੀਆਂ ਰੋਕਾਂ ਲਾ ਕੇ ਕਿਤੇ ਸੜਕਾਂ ਪੁੱਟ ਦਿੱਤੀਆਂ, ਕਿਤੇ ਪੱਥਰ ਸੁੱਟ ਦਿੱਤੇ, ਕਿਤੇ ਮਿੱਟੀ ਸੁੱਟ ਦਿੱਤੀ। ਇਹਨਾਂ ਨੇ ਤਾਂ ਐਕਚੁਅਲੀ ਸੋਚਿਆ ਹੀ ਨਹੀਂ ਸੀ ਕਿ ਇੱਥੋਂ ਤੱਕ ਪਹੁੰਚ ਪਾਉਣਗੇ। ਇਹ ਤਾਂ ਕਿਸਾਨਾਂ ਦਾ ਜਜ਼ਬਾ ਆ ਜਿਹਨੂੰ ਮੈਂ ਸਲਾਮ ਕਰਦਾ ਕਿ ਉਹਨਾਂ ਨੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਹਿੰਮਤ ਮਾਰ ਕੇ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ। ਇਸ ਕਰਕੇ ਪ੍ਰਬੰਧ ਤਾਂ ਇਹਨਾਂ ਨੇ ਕੀਤੇ ਹੀ ਨਹੀਂ। ਇਹਨਾਂ ਨੇ ਤਾਂ ਕੁੱਟਣ ਦੇ, ਪਾਣੀ ਪਾਉਣ ਦੇ, ਖਰਾਬ ਕਰਨ ਦੇ, ਸੜਕਾਂ ਪੁੱਟਣ ਦੇ ਪ੍ਰਬੰਧ ਕੀਤੇ ਸੀ। ਉਹਨਾਂ ਦੇ ਰਹਿਣ ਦੇ ਤਾਂ ਪ੍ਰਬੰਧ ਕੀਤੇ ਹੀ ਨਹੀਂ ਇਹਨਾਂ ਨੇ। ਇਸ ਕਰਕੇ ਹੁਣ ਜਦੋਂ ਸਿਰ ਤੇ ਪਈ ਹੈ ਤਾਂ ਹੁਣ ਇਹਨਾਂ ਨੂੰ ਮੁਸੀਬਤ ਪਈ ਹੈ। ਸਰ ਕੱਲ ਗੁਰਪੁਰਬ ਦਾ ਜਿਹੜਾ ਹੈ ਦਿਹਾੜਾ ਵੀ ਉੱਥੇ ਮਨਾਉਣ ਦਾ ਫੈਸਲਾ ਕੀਤਾ ਕਿਸਾਨਾਂ ਵੱਲੋਂ, ਤੇ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਬਾਰਡਰ ਤੇ ਮਨਾਇਆ ਜਾਏਗਾ? ਦੇਖੋ, ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਇਹੋ ਜਿਹੀ ਮਹਾਨ ਸ਼ਖਸੀਅਤ ਹੋਏ ਆ ਜਿਨ੍ਹਾਂ ਨੇ ਇਸ ਖੇਤੀ ਦੇ ਕਿੱਤੇ ਨੂੰ ਵੀ ਬਹੁਤ ਵੱਡਾ ਮਾਣ ਦਿੱਤਾ। ਆਪ ਵੀ ਇਹ ਕਿਰਤ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਕੀਤੀ ਹੈ, ਔਰ ਘਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਔਰ ਅੱਜ ਵੀ ਕਿਸਾਨ, ਤੁਸੀਂ ਦੇਖਿਆ ਕਿ ਜਿਹੜਾ ਉਹਨਾਂ ਨੇ ਮਾਨਵਤਾ ਵਾਸਤੇ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਅੱਜ ਵੀ ਜਿਹੜੇ ਕਿਸਾਨਾਂ ਦੇ ਲੰਗਰ ਹੈ, ਭਾਵੇਂ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਪੁਲਿਸ ਕਰਦੀ ਹੈ, ਲਾਠੀਚਾਰਜ ਕਰਦੀ ਹੈ, ਤੇ ਜਿਹੜੇ ਲੰਗਰ ਛਕਾਏ ਜਾ ਰਹੇ ਆ ਉੱਥੇ ਅੱਜ ਵੀ ਕੋਈ ਜਾਂ ਭੇਦਭਾਵ ਨਹੀਂ। ਜੋ ਗੁਰੂ ਨਾਨਕ ਸਾਹਿਬ ਦੀ ਆਸਥਾ ਸੀ, ਜੋ ਸੰਦੇਸ਼ ਸੀ, ਉਹਦੇ ਮੁਤਾਬਕ ਹੀ ਆਸਥਾ ਰੱਖ ਕੇ ਛਕਾਏ ਜਾ ਰਹੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਤੇ ਕਿਸਾਨਾਂ ਨੇ ਚੰਗੀ ਤਰ੍ਹਾਂ ਯਾਦ ਰੱਖਿਆ ਹੋਇਆ। ਔਰ ਕੱਲ੍ਹ ਉਹਨਾਂ ਦਾ ਪ੍ਰਕਾਸ਼ ਦਿਵਸ ਹੈ। ਮੈਂ ਸਮਝਦਾ ਕਿ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਗੁਰਪੁਰਬ ਵਾਲੇ ਦਿਨ ਜਿਹੜਾ ਮਸਲਾ ਇਹ ਹੱਲ ਹੋਵੇ, ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਸਾਰੇ ਕਿਸਾਨਾਂ ਨੂੰ ਮਿਲੇ। ਇਹ ਮੇਰੀ ਸਾਰਿਆਂ ਵਾਸਤੇ ਅਰਦਾਸ ਹੈ।